ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਨ ਚੈਨਲ ਪੰਜਾਬੀ ਵੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਦਾ ਦਿਨ ਦੁਨੀਆ ਭਰ ਦੇ ਵਿੱਚ ਇਤਿਹਾਸਕ ਦਿਨ ਬਣਨ ਜਾ ਰਿਹਾ ਹੈ। ਗਣਤੰਤਰ ਦਿਹਾੜਾ ਪਹਿਲਾਂ ਵੀ ਮਨਾਇਆ ਜਾਂਦਾ ਸੀ, ਪਰੇਡ ਪਹਿਲਾਂ ਵੀ ਨਿਕਲਦੀ ਸੀ, ਪਰ ਅੱਜ ਇੱਕ ਟਰੈਕਟਰ ਪਰੇਡ ਜਿਸ ਦੀ ਅਹਿਮੀਅਤ ਬੇहद ਵੱਡੀ ਹੁੰਦੀ ਜਾ ਰਹੀ ਹੈ, ਕਿਸ ਤਰੀਕੇ ਦੇ ਨਾਲ ਉਹ ਪਰੇਡ ਨਿਕਲਣੀ ਹੈ ਉਹਦੇ ਉੱਤੇ ਗੱਲਬਾਤ ਕਰਾਂਗੇ। ਸਿਆਸੀ ਲੋਕਾਂ ਦੇ ਵੱਲੋਂ ਜੋ ਕੁਝ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਅਰੁਣ ਸ਼ੌਰੀ ਭਾਜਪਾ ਦੇ ਵਿੱਚ ਕਿਸੇ ਵੇਲੇ ਵਾਜਪੇਈ ਸਰਕਾਰ ਦੇ ਵਿੱਚ ਮੰਤਰੀ ਰਹੇ, ਉਹਨਾਂ ਦੀ ਜਿਹੜੀ ਇੱਕ ਉਹਨਾਂ ਦੀ ਇੰਟਰਵਿਊ ਹੈ ਉਹ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਸਰਕਾਰ ਅਤੇ ਸਿੱਖਾਂ ਦੀ ਮਾਨਸਿਕਤਾ ਬਾਰੇ ਦੱਸ ਰਹੇ ਨੇ ਕਿ ਅੰਦੋਲਨ ਨੂੰ ਲੈ ਕੇ ਸਰਕਾਰ ਦੀ ਮਾਨਸਿਕਤਾ ਕੀ ਹੈ ਤੇ ਸਿੱਖ ਕੌਣ ਹੁੰਦੇ ਨੇ ਉਸ ਦੇ ਬਾਰੇ ਇੱਕ ਤਰੀਕੇ ਦੇ ਨਾਲ ਬੀਜੇਪੀ ਨੂੰ ਵੀ ਜਿਹੜਾ ਉਹ ਸੋਚ ਲੈਣਾ ਚਾਹੀਦਾ, ਉਹ ਦੱਸਿਆ ਜਾ ਰਿਹਾ ਉਸ ਦੇ ਵਿੱਚ। ਤੀਜੀ ਗੱਲ ਇਹ ਕਿ ਰਵਨੀਤ ਬਿੱਟੂ ਹੋਰਾਂ ਤੇ ਜਿਹੜਾ ਹਮਲਾ ਹੋਇਆ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਨੇ ਕਰਵਾਇਆ, ਜਾਂ ਉਹਨਾਂ ਨੇ ਕਿਹਾ ਕਿ ਯੋਗੇਂਦਰ ਯਾਦਵ ਹੋਣੀ ਉਹਨਾਂ ਤੋਂ ਪਹਿਲਾਂ ਆਏ ਸੀ। ਯੋਗੇਂਦਰ ਯਾਦਵ ਦਾ ਕੀ ਰੋਲ ਹੈ ਇਸ ਸਭ ਦੇ ਵਿੱਚ, ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਨ ਜੀ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦਾ ਦਿਨ ਬੜਾ ਵੱਡਾ ਇਤਿਹਾਸਕ ਦਿਨ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਸ ਤਰੀਕੇ ਦੀਆਂ ਤਿਆਰੀਆਂ ਚੱਲ ਰਹੀਆਂ ਸੀ, ਗੱਲਾਂ ਬਾਤਾਂ ਹੋਈਆਂ, ਉਹ ਸਭ ਦੇ ਉੱਤੇ। ਦੇਖੋ, ਅਸਲ ਮਾਨਿਆਂ ਵਿੱਚ ਤੇ ਇਹ ਪੈਰਲਲ ਚੱਲਣਾ ਸੀਗਾ, ਔਰ ਉਹ ਪੈਰਲਲ ਨਾ ਚੱਲ ਕੇ ਪੁਲਿਸ ਨੇ ਪਤਾ ਨਹੀਂ ਕੀ ਕਾਰਨ ਦੱਸੇ ਹੋਣਗੇ ਕਿ ਉੱਥੇ ਇੱਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਡਰ ਆ ਕਿ ਟਰੈਕਟਰ ਜਦੋਂ ਇੱਕ ਵਾਰੀ ਚੱਲ ਪੈਂਦੇ ਆ ਉਹਨਾਂ ਦੀਆਂ ਬ੍ਰੇਕਾਂ ਨਹੀਂ ਲੱਗਦੀਆਂ, ਹੋ ਸਕਦਾ ਉਹ ਸਿੱਧਾ ਹੀ ਲਾਲ ਕਿਲੇ ਵੱਲ ਹੋ ਜਾਣ ਜਾਂ ਉਧਰ ਨੂੰ, ਮਤਲਬ ਇਸ ਕਿਸਮ ਦੀਆਂ ਕੋਈ ਕਿਆਸ ਰਾਈਆਂ ਹੋਣਗੀਆਂ, ਤੇ ਉਹਨਾਂ ਨੇ ਇਸ ਕਿਸਮ ਦਾ ਟਾਈਮ ਕੀਤਾ ਕਿ ਪਹਿਲਾਂ ਉਧਰ ਖਤਮ ਹੋਊਗਾ ਜਿਹੜਾ ਸਰਕਾਰੀ ਗਣਤੰਤਰ ਦਿਵਸ ਆ ਜਿੱਥੇ ਮੋਦੀ ਜੀ ਭਾਸ਼ਣ ਦੇਣਗੇ, ਤੇ ਜੇ ਫਿਰ ਇੱਥੇ ਕਿਸਾਨਾਂ ਦਾ ਸ਼ੁਰੂ ਹੋਊਗਾ। ਚਲੋ, ਉਹਦੇ ਚ ਕੋਈ ਸਾਡੀ ਕਿਸੇ ਨਾਲ ਜਿੱਦ ਨਹੀਂ ਹੈ, ਅਸੀਂ ਤੇ ਇੱਕ ਆਪਣਾ ਪੈਰਲਲ ਪ੍ਰੋਗਰਾਮ ਰੱਖਿਆ। ਔਰ ਸਗੋਂ ਚੰਗੀ ਵੀ ਗੱਲ ਹੈ ਇੰਨੇ ਵੇ ਕਿ ਜਦੋਂ ਮੀਡੀਆ ਸਾਰਾ ਉਧਰੋਂ ਵਿਹਲਾ ਹੋਊਗਾ ਫਿਰ ਉਹ ਜ਼ਿਆਦਾ ਵੱਡਾ ਹਿੱਸਾ ਮੀਡੀਆ ਦਾ ਇੱਧਰ ਆਊਗਾ। ਪਰ ਇੱਕ ਗੱਲ ਜ਼ਰੂਰ ਹੈਗੀ ਕਿ ਕਹਿੰਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਵੀ ਇਸ ਈਵੈਂਟ ਨੂੰ ਕਵਰ ਕਰਨ ਲਈ ਜਰਨਲਿਸਟ, ਪੱਤਰ ਪ੍ਰੇਰਕ, ਮੀਡੀਆ ਕਰਮੀ ਆ ਰਹੇ ਆ। ਇਹ ਇੱਕ ਵਾਕਿਆ ਹੀ ਆਪਣੇ ਤੌਰ ਤੇ ਅਲੱਗ ਕਿਸਮ ਦੀ ਗਣਤੰਤਰ ਕਹੋ ਜਾਂ ਮੈਂ ਤੇ ਰਾਦਰ ਕਹੂੰਗਾ ਕਿ ਆਜ਼ਾਦੀ ਦਾ ਦਿਵਸ। ਉਹ ਇਸ ਕਰਕੇ ਕਿ ਜਿਹੜੀ ਆਜ਼ਾਦੀ ਅਸੀਂ ਪਾਈ ਸੀ ਉਹ ਗਣਤੰਤਰ ਲਈ ਪਾਈ ਸੀ। ਗਣਤੰਤਰ ਸਾਡਾ ਕੌਂਸਟੀਟਿਊਸ਼ਨ ਦੇ ਵਿੱਚ ਤੇ ਰਹਿ ਗਿਆ, ਜਿਹਦੇ ਵਿੱਚ ਕੌਂਸਟੀਟਿਊਸ਼ਨ ਤੇ ਵੀ ਜਿਹੜਾ ਲਗਾਤਾਰ ਇੱਕ ਖਤਰਾ ਮੰਡਲਾ ਰਿਹਾ ਹੈ ਕਿ ਕਿਸੇ ਵੇਲੇ ਵੀ ਉਹਦੇ ਬੇਸਿਕ ਚੀਜ਼ਾਂ ਨੂੰ ਵੀ ਇੱਧਰ ਤਹਿਸ ਨਹਿਸ ਕੀਤਾ ਜਾ ਸਕਦਾ ਹੈ। ਤੇ ਇਸ ਗੱਲ ਤੋਂ ਵੀ ਮੈਂ ਦੇਖ ਰਿਹਾ ਲੋਕ ਸਾਨੂੰ ਮਿਲ ਰਹੇ ਆ ਕਿ ਕਈ ਜਗ੍ਹਾ ਦੇ ਉੱਤੇ ਦਲਿਤ ਭਾਈਚਾਰਾ ਵੀ ਪਹਿਲੀ ਵਾਰੀ ਗਣਤੰਤਰ ਦਿਵਸ ਮਨਾ ਰਿਹਾ, ਪਰ ਉਹਨਾਂ ਦਾ ਪਰਪਸ ਕਿਸਾਨਾਂ ਵਾਂਗੂ ਇਹ ਹੋਊਗਾ ਕਿ ਦੇਸ਼ ਦੇ ਵਿੱਚ ਸੰਵਿਧਾਨ ਨੂੰ ਖਤਰਾ ਆ। ਔਰ ਇਹ ਸਾਡੇ ਭੀਮ ਰਾਓ ਅੰਬੇਦਕਰ ਸਾਹਿਬ ਨੇ ਸਾਨੂੰ ਸੰਵਿਧਾਨ ਦਿੱਤਾ ਸੀ, ਜਿਹੜਾ ਸਾਡੇ ਲਈ ਇੱਕ ਪਵਿੱਤਰ ਡਾਕੂਮੈਂਟ ਹੈਗਾ। ਜੇ ਉਹਦੇ ਤੇ ਕਿਸੇ ਵੀ ਕਿਸਮ ਦਾ ਕੋਈ ਕਿੰਤੂ ਪਰੰਤੂ ਕੀਤਾ ਜਾਊਗਾ ਜਾਂ ਉਹਦੇ ਤੇ ਉਸਨੂੰ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਕਰਕੇ ਉਹ ਵੀ ਇਸ ਗਣਤੰਤਰ ਦਿਵਸ ਦੇ ਵਿੱਚ, ਸੰਵਿਧਾਨ ਦੇ ਦਿਵਸ ਦੇ ਵਿੱਚ, ਇਹ ਇਸ ਗੱਲ ਨੂੰ ਜਿੱਦਣ ਸੰਵਿਧਾਨ ਲਾਗੂ ਹੋਇਆ ਉਸ ਨੂੰ ਮਨਾਉਣ ਜਾ ਰਹੇ ਹੈਗੇ ਆ। ਇੱਕ ਚੰਗੀ ਗੱਲ ਸਾਨੂੰ ਲੱਗਦੀ ਆ ਕਿ ਸਮੁੱਚੇ ਦੇਸ਼ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਨਾਲ ਸੁਖਵਿੰਦਰ ਗਣਤੰਤਰ ਮਨਾਇਆ ਜਾ ਰਿਹਾ। ਨਹੀਂ ਤੇ ਹਮੇਸ਼ਾ ਸਰਕਾਰੀ ਮਿਨਿਸਟਰ ਸਲਾਮੀ ਲੈਣੀ, ਪਰੇਡ ਕਰਨੀ, ਕਈ ਦਿਨ ਪਹਿਲਾਂ ਹੋਣਾ, ਖਬਰਾਂ ਲੱਗ ਜਾਣੀਆਂ, ਬਸ ਖਤਮ ਹੋ ਜਾਣਾ। ਉਹ ਨਾ ਉਹਦੇ ਚ ਗਾਣ ਉਸ ਕਿਸਮ ਨਾਲ ਸ਼ਾਮਿਲ ਹੁੰਦਾ ਸੀਗਾ। ਤੰਤਰ ਤੇ ਤੁਹਾਨੂੰ ਪਤਾ ਹੀ ਆ, ਜਿਹੋ ਜਿਹਾ ਤੰਤਰ ਮੰਤਰ ਤੇ ਸਾਰਾ ਸਰਕਾਰੀ ਜਿਹੋ ਜਿਹਾ ਹੁੰਦਾ। ਇਸ ਵਾਰੀ ਇਹਦੇ ਉਲਟ ਮਾਹੌਲ ਸਾਰਾ ਸੁਖਵਿੰਦਰ ਜੀ ਹੋਇਆ ਆ। ਉਲਟ ਮਾਹੌਲ ਇਹ ਹੈ ਕਿ ਲੋਕ ਇੰਨੇ ਦੁਖੀ ਹੋ ਚੁੱਕੇ ਆ ਰਾਜਨੀਤਿਕ ਪਾਰਟੀਆਂ ਦੇ ਕੁਸ਼ਾਸਨ ਤੋਂ, ਉਹਨਾਂ ਦੀਆਂ ਬੇਨਿਯਮੀਆਂ ਤੋਂ, ਉਹਨਾਂ ਦੇ ਝੂਠੇ ਵਾਅਦਿਆਂ ਤੋਂ। ਇੰਨਾ ਹੀ ਨਹੀਂ, ਰਾਦਰ ਇਸ ਗੱਲ ਤੋਂ ਵੀ ਕਿ ਦੇਸ਼ ਗਰੀਬ ਹੁੰਦਾ ਜਾ ਰਿਹਾ ਤੇ ਰਾਜਨੀਤਿਕ ਜਮਾਤ ਬਹੁਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ, ਰਾਜਨੀਤਿਕ ਜਮਾਤ। ਔਰ ਉਹਦੇ ਵਿੱਚ ਜੇ 43% ਪਾਰਲੀਮੈਂਟ ਚ ਕ੍ਰਿਮੀਨਲ ਬੈਕਗਰਾਉਂਡ ਦੇ ਹੋਣ ਤੇ ਹੋਰ ਵੀ 4 ਚੰਨ ਲੱਗਦੇ ਆ। ਉਹਨਾਂ ਨੇ ਸਮਝੌਤਾ ਸਾਰਿਆ ਇਹਨਾਂ ਨੇ ਕਰ ਲਿਆ ਕਾਰਪੋਰੇਟਾਂ ਦੇ ਨਾਲ।
ਤੇ ਇਸ ਜਿਹੜਾ ਪ੍ਰਸ਼ਮ ਜਿਹੜੀ ਭੂਮੀ ਸੌਰੀ ਇਸ ਗੱਲ ਦੇ ਵਿੱਚ ਸਾਰਾ ਜਦੋਂ ਦੇਖਿਆ ਜਾਏ, ਧਿਆਨ ਦੇ ਨਾਲ ਇਸ ਨੂੰ ਪੜ੍ਹਿਆ ਜਾਏ ਤੇ ਇਸ ਪ੍ਰਫੇਖ ਦੇ ਵਿੱਚ ਗੱਲ ਨੂੰ ਸੋਚਿਆ ਜਾਏ, ਤਾਂ ਜੋ ਇਹ ਹੋਣ ਜਾ ਰਿਹਾ ਆ ਅੱਜ 26 ਤਰੀਕ ਨੂੰ ਦੇਸ਼ ਦੇ ਅੰਦਰ ਇੱਕ ਨਵੀਂ ਕਿਸਮ ਦੀ ਰਾਜਨੀਤੀ ਦੀ ਬੁਨਿਆਦ ਰੱਖੀ ਜਾ ਰਹੀ ਹੈ, ਇੱਕ ਨਵੀਂ ਕਿਸਮ ਦੇ ਗਣਤੰਤਰ ਦੀ ਬੁਨਿਆਦ ਰੱਖੀ ਜਾ ਰਹੀ ਹੈ, ਇੱਕ ਨਵੇਂ ਸਹੀ ਮਾਅਨਿਆਂ ਦੇ ਵਿੱਚ ਉਸ ਰਾਜਨੀਤਿਕ ਜਮਾਤ ਤੋਂ ਛੁਟਕਾਰਾ ਪਾ ਕੇ ਇੱਕ ਨਵੀਂ ਸੋਚ, ਜਿਹਦੇ ਚੋਂ ਸਰਟਨਲੀ ਆਉਣ ਵਾਲੇ ਸਮੇਂ 'ਚ ਇੱਕ ਨਵੀਂ ਕਿਸਮ ਦੀ ਰਾਜਨੀਤੀ ਵੀ ਉਗਮੂਗੀ, ਜੰਮੂਗੀ, ਜ਼ਰੂਰ ਜੰਮੂਗੀ। ਕਿਉਂਕਿ ਜੋ ਮੂਵਮੈਂਟ ਅੱਜ ਸੁਖਵਿੰਦਰ ਬਣੀ ਹੈਗੀ, ਜੇ ਉਸ ਨੂੰ ਛਤਰ ਛਾਇਆ ਕਿਸੇ ਚੰਗੀਆਂ ਰਾਜਨੀਤਿਕ ਸੋਚ ਦੀ ਪਲੇਟਫਾਰਮ ਦੀ ਨਹੀਂ ਮਿਲੂਗੀ, ਇਹ ਦੁਬਾਰਾ ਉਸੇ ਹੀ ਜਗ੍ਹਾ ਤੇ ਜਾ ਕੇ ਉਹਨਾਂ ਦੇ ਹੱਥ ਜਾ ਲੱਗੂਗੀ ਜਿਨ੍ਹਾਂ ਦੇ ਵਿਰੁੱਧ ਇਹ ਸਾਰਾ ਗੁੱਸਾ, ਐਫਰਟ, ਕੋਸ਼ਾਂ, ਜਿੰਨਾ ਵੀ ਤਕਲੀਫਾਂ ਚੱਲੀਆਂ, ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਪਾਈਆਂ, ਇਹ ਸਾਰੇ ਦਾ ਸਾਰਾ ਉਹਦਾ ਫਿਰ ਅਸਰ ਜਿਹੜਾ ਆ ਉਹ ਬਹੁਤ ਘੱਟ ਜਾਊਗਾ, ਖਤਮ ਨਹੀਂ ਹੋਊਗਾ, ਖਤਮ ਤੇ ਬਹੁਤ ਦੇਰ ਤੱਕ ਨਹੀਂ ਹੋਊਗਾ, ਪਰ ਉਹ ਜਿਹੜੇ ਡਿਜ਼ਾਇਰਡ ਰਿਜ਼ਲਟ ਆ, ਜੋ ਸਾਨੂੰ ਅਸੀਂ ਚਾਹੁੰਦੇ ਹਾਂ ਕਿ ਉਹਦੇ ਵਿੱਚ ਉਹ ਨਤੀਜੇ ਨਿਕਲਣਗੇ, ਉਸ ਹੋ ਸਕਦਾ ਨਾ ਨਿਕਲਣ। ਇਸ ਕਰਕੇ ਇਹ ਬਹੁਤ ਹੀ ਮਹੱਤਵਪੂਰਵਕ ਇਤਿਹਾਸਿਕ ਇਹ ਦਿਨ ਹੈਗਾ ਆ 26 ਜਨਵਰੀ, ਔਰ ਨਾਲ ਹੀ ਇੱਕ ਨਵੀਂ ਕਿਸਮ ਦੀ ਵਿਚਾਰ ਸੋਚ, ਰਾਜਨੀਤਿਕ ਤਾਣਾ ਬਾਣਾ, ਇੱਕ ਨਵੇਂ ਮਾਰਗਦਰਸ਼ਕ ਵੀ ਹੋਣ ਦਾ ਇੱਥੋਂ ਤੁਹਾਨੂੰ ਸੁਨੇਹਾ ਮਿਲੂਗਾ। ਹਾਂਜੀ ਬਿਲਕੁਲ। ਪ੍ਰੋਫੈਸਰ ਸਾਹਿਬ, ਤੁਹਾਨੂੰ ਕੀ ਲੱਗਦਾ, ਜਿੱਥੇ ਹੁਣ ਤੱਕ ਤਾਂ ਬੀਜੇਪੀ ਮੰਨੀ ਨਹੀਂ, ਹੁਣ ਤੱਕ ਤਾਂ ਮੀਟਿੰਗਾਂ ਇੰਨੀਆਂ ਹੋਈਆਂ, ਆਪਣੇ ਜਿਹੜੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਤੋਮਰ, ਉਹ 25 ਤਰੀਕ ਤੱਕ, 26 ਤੋਂ ਪਹਿਲਾਂ ਦੇ ਦਿਨ ਤੱਕ ਉਹ ਹਾਲੇ ਵੀ ਇਹੀ ਕਹਿੰਦੇ ਆ ਰਹੇ ਨੇ ਕਿ ਕਿਸਾਨ ਸਾਡੇ ਉਸ ਪ੍ਰਸਤਾਵ ਦੇ ਉੱਤੇ ਗੱਲਬਾਤ ਕਰਨ। ਅਸੀਂ ਬਹੁਤ ਵਾਰ ਬਣਾਉਣ ਦੀ ਕੋਸ਼ਿਸ਼ ਕੀਤੀ, 26 ਜਨਵਰੀ ਦੇ ਦਿਨ ਨੂੰ ਹੀ ਕਿਉਂ ਚੁਣਿਆ ਗਿਆ। ਇੱਕ ਪਾਸੇ ਹੁਣ ਅੱਜ ਪ੍ਰਧਾਨ ਸਾਹਿਬ ਜਿਹੜਾ ਉਹ ਸੰਬੋਧਨ ਕਰ ਰਹੇ ਹੋਣਗੇ 26 ਜਨਵਰੀ ਨੂੰ ਲੈ ਕੇ, ਤੇ ਦੂਜੇ ਪਾਸੇ ਇਹੋ ਜਿਹੀਆਂ ਤਸਵੀਰਾਂ ਜਦੋਂ ਦੁਨੀਆ ਭਰ ਦੇ ਵਿੱਚ ਜਾਣਗੀਆਂ, ਕੀ ਲੱਗਦਾ ਹੈ ਕਿ ਇਹਦੇ ਨਾਲ ਬੀਜੇਪੀ ਹੁਣ ਤੱਕ ਤਾਂ ਮਹਿਸੂਸ ਕੀਤਾ ਨਹੀਂ ਬੀਜੇਪੀ ਨੇ ਕਿ ਝਟਕਾ ਕਿੱਡਾ ਕੁ ਵੱਡਾ ਆ ਜਿਹੜਾ ਸਿਆਸੀ ਤੌਰ ਤੇ ਉਹਨਾਂ ਨੂੰ ਲੱਗਿਆ, ਕੀ ਲੱਗਦਾ ਕਿ ਅੱਗੇ ਇਸ ਚੀਜ਼ ਨੂੰ ਮਹਿਸੂਸ ਕਰਨਗੇ ਜਾਂ ਫਿਰ ਏਦਾਂ ਹੀ ਲਟਕਾ ਕੇ ਰੱਖਣਗੇ ਕਿ ਤੁਸੀਂ ਬੈਠੇ ਰਹੋ ਇੱਕ ਪਾਸੇ, ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰਦੇ ਰਹੋ, ਅਸੀਂ ਆਪਣੀਆਂ ਮੀਟਿੰਗਾਂ ਕਰਦੇ ਰਹਿੰਦੇ ਹਾਂ ਬਰਾਬਰ। ਸੁਖਵਿੰਦਰ, ਇੱਕ ਫਿਲਮ ਦਾ ਗਾਣਾ ਸੀਗਾ, ਜਿੰਨੀ ਭਰੀ ਚਾਬੀ ਓਨਾ ਚਲੇ ਖਿਲਾਉਣਾ, ਉਹ ਹਿੰਦੀ 'ਚ ਸੀ ਗਾਣਾ। ਤੇ ਇਹ ਜਿਹੜੇ ਸਾਡੇ ਮਿਨਿਸਟਰ ਸਾਹਿਬਾਨ ਨਰਿੰਦਰ ਸਿੰਘ ਤੋਮਰ, ਪਿਊਸ਼ ਗੋਇਲ ਜਾਂ ਹੋਰ ਵੀ ਸੋਮ ਪ੍ਰਕਾਸ਼ ਜੀ ਉੱਥੇ ਮੀਟਿੰਗਾਂ 'ਚ ਲਗਾਤਾਰ ਬਹਿੰਦੇ ਰਹੇ ਆ, ਇਹਨਾਂ ਨੂੰ ਇੰਸਟਰਕਸ਼ਨਾਂ ਆ, ਕੋਈ ਅਧਿਕਾਰ ਨਹੀਂ। ਇਹ ਤੋਤੇ ਹੈਗੇ ਆ, ਪਿੱਛੋਂ ਜਿਨ੍ਹਾਂ ਨੇ ਤੋਤਿਆਂ ਨੂੰ ਪਿੰਜਰੇ 'ਚ ਪਾ ਕੇ ਜੋ ਕਹਿਣ ਦੀ ਟ੍ਰੇਨਿੰਗ ਮਿਲਦੀ, ਉਹਨਾਂ ਹੀ ਸ਼ਬਦ ਬਾਰ-ਬਾਰ ਕਹੀ ਜਾਂਦੇ, ਉਦੋਂ ਬਾਹਰ ਜਾ ਨਹੀਂ ਸਕਦੇ ਕਿਉਂਕਿ ਇਹਨਾਂ ਨੂੰ ਸਿਖਾਇਆ ਹੀ ਨਹੀਂ ਗਿਆ। ਤੇ ਸੋਚਣ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਤੋਤਾ ਆਪਣਾ ਦਿਮਾਗ ਨਹੀਂ ਲਾਉਂਦਾ, ਉਹ ਜੋ ਉਹਨੂੰ ਸਿਖਾਇਆ ਜਾਂਦਾ ਉਹ ਬੋਲੀ ਜਾਂਦਾ ਬਾਰ-ਬਾਰ। ਇਹੀ ਹਾਲਤ ਸਾਡੇ ਦੇਸ਼ ਦੀ ਬਣ ਗਈ ਆ। ਇੱਕੋ ਜਾਂ ਦੋ ਆਦਮੀ ਜਾਂ ਡੇਢ ਆਦਮੀ ਕਹਿ ਲਓ ਤੁਸੀਂ, ਉਹੀ ਪੂਰਾ ਜੋ ਕਹਿਣਗੇ, ਉਹ ਨਾਗਪੁਰ ਤੋਂ ਤੇ ਸਲਾਹ ਲੈ ਕੇ ਮਾੜਾ ਮੋਟਾ ਕੰਨ ਠੀਕ ਰੱਖਦੇ ਉਧਰ ਨੂੰ, ਉਧਰ ਉਹਨਾਂ ਦੀ ਸਲਾਹ ਸੁਣਦੇ ਵੀ ਆ, ਪਰ ਬਾਕੀ ਕਿਸੇ ਨੂੰ ਉਹ ਕੁਛ ਨਹੀਂ ਸਮਝਦੇ। ਇਹੀ ਕਾਰਨ ਹੈ ਕਿ ਗੱਲ ਕਿਸੇ ਸਿਰੇ ਲੱਗ ਨਹੀਂ ਰਹੀ। ਲੱਗੇ ਤੇ ਤਾਂ ਜੇ ਕਿਤੇ ਕਿਸੇ ਦੀ ਸਲਾਹ ਮਸ਼ਵਰਾ, ਅੰਦਰੂਨੀ ਪੜਚੋਲ, ਆਪਾ ਪੜਚੋਲ, ਕੋਈ ਡਿਸਕਸ਼ਨ, ਕੋਈ ਕਿਸੇ ਕਿਸਮ ਦੇ ਸਲਾਹ ਮਸ਼ਵਰੇ ਤੇ ਅਸਰ ਕੁਛ ਵੀ ਨਹੀਂ ਹੈ, ਇੱਕ ਹੈਂਕੜਬਾਜੀ। ਤੇ ਉਹਦੇ ਕਰਕੇ ਇਹ ਜੋ ਵੀ ਨਰਿੰਦਰ ਸਿੰਘ ਤੋਮਰ ਜੋ ਵੀ ਮਰਜ਼ੀ ਕਹੀ ਜਾਣ, ਉਹਦਾ ਕੋਈ ਵੈਲਿਊ ਨਹੀਂ ਹੈਗੀ, ਕਿਉਂਕਿ ਉਹ ਆਪ ਨਹੀਂ ਕਹਿ ਰਹੇ, ਉਹ ਨਹੀਂ ਬੋਲਦੇ, ਉਹਨਾਂ ਦੇ ਰਾਹੀਂ ਕੋਈ ਹੋਰ ਬੋਲ ਰਿਹਾ। ਜਦ ਤੱਕ ਉਹ ਬੰਦਾ ਖੁਦ ਇਸ ਸਾਰੇ ਕਾਰਵਾਈ ਦੇ ਵਿੱਚ ਜਾਂ ਇਹ ਸਾਰਾ ਕੁਝ ਚੱਲ ਰਿਹਾ, ਜੋ ਏਡੇ ਵੱਡੇ ਪੱਧਰ ਤੇ ਮੂਵਮੈਂਟ ਚੱਲ ਰਹੀ ਹੈ, ਉਹਦੇ ਵਿੱਚ ਆਪ ਆਪਣਾ ਇਨੀਸ਼ੀਏਟਿਵ ਲੈ ਕੇ ਭੂਮਿਕਾ ਅਦਾ ਕਰਨ ਦਾ ਨਹੀਂ ਅੱਗੇ ਕਦਮ ਰੱਖਦੇ, ਇਹ ਇਸੇ ਤਰੀਕੇ ਨਾਲ ਜਮੂਦ ਬਣਿਆ ਰਹੂਗਾ। ਪਰ ਇਹਦੇ 'ਚ ਕੋਈ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਹ ਕਾਨੂੰਨ ਵਾਪਸ ਨਹੀਂ ਲੈਣਗੇ। ਕਿਉਂ? ਜੇ ਕਾਨੂੰਨ ਨਹੀਂ ਵਾਪਸ ਲੈਂਦੇ ਤਾਂ ਫਿਰ ਇਹ ਹੋਰ ਵੱਡਾ ਦੇਸ਼ ਵਿਆਪੀ ਰਾਜਨੀਤਿਕ ਸੰਕਟ ਨੂੰ ਪੂਰੇ ਦਾ ਪੂਰਾ ਇੱਕ ਉਹਦੇ ਤੇ ਕੁੰਡੇ ਤੇ ਕੁੰਡਾ ਖੜਕਾਉਣ ਵਾਲੀ ਗੱਲ ਹੈਗੀ ਆ ਰਾਜਨੀਤਿਕ ਸੰਕਟ ਲਈ। ਇਹਦੋਂ ਪਹਿਲਾਂ ਕਿ ਇਹ ਹੋਰ ਕਿਸੇ ਕਿਸਮ ਦਾ ਰਾਜਨੀਤਿਕ ਸੰਕਟ ਬਣੇ, ਮੋਦੀ ਜੀ ਨੂੰ ਸਾਡੀ ਤੇ ਹੋਈ ਅਪੀਲ ਹੈ ਕਿ ਉਹ ਇਸ ਸਾਰੇ ਤੇਜ਼ੀ ਨਾਲ ਫੈਲ ਰਹੇ ਸੰਘਰਸ਼ ਵੱਲ ਆਪਣੀ ਤਵੱਜੋ ਦੇਣ ਤੇ ਇਹਦੇ ਚੋਂ ਛੇਤੀ ਬਾਹਰ ਜਾਣ ਲਈ
ਕੱਲ ਜਿਹੜਾ ਅੱਜ ਹੀ ਸਵੇਰੇ ਸਵੇਰ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੂੰ ਜ਼ਰੂਰ ਜ਼ਿਕਰ ਕਰ ਦੇਣਾ ਚਾਹੀਦਾ ਕਿ ਮੈਂ ਜਾਂ ਤੇ ਉਦੋਂ ਹੀ ਕਹਿ ਦੇਣ ਕਿ ਅਸੀਂ ਤਿੰਨੇ ਕਾਨੂੰਨ ਵਾਪਸ ਲਏ, ਕਹਿਣ ਚ ਕੀ ਹਰਜ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਉਹ ਕੁਝ ਵੀ ਕਰ ਸਕਦੇ ਆ, ਕੁਝ ਵੀ ਕਹਿ ਸਕਦੇ ਆ ਕਿ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ, ਮੈਂ ਹੱਥ ਜੋੜ ਕੇ ਮਾਫੀ ਮੰਗਦਾ ਆ ਕਿਸਾਨਾਂ ਨੂੰ, ਮੈਨੂੰ ਅਫਸੋਸ ਆ ਕਿ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ, ਲੇਕਿਨ ਮੈਂ ਤਿੰਨੇ ਕਾਨੂੰਨ ਵਾਪਸ ਲੈਣਾ। ਭਾਵੇਂ ਨਾਲ ਇਹ ਵੀ ਕਹਿ ਦੇਣ, ਕੋਈ ਹਰਜ ਨਹੀਂ, ਇਹ ਕਹਿ ਦੇਣ ਕਿ ਮੈਂ ਤੇ ਚਾਹੁੰਦਾ ਸੀ ਇਹਨਾਂ ਦੇ ਫਾਇਦੇ ਕਰਨੇ, ਮੈਂ ਚਾਹੁੰਦਾ ਸੀ ਇਹ ਆਜ਼ਾਦ ਹੋ ਜਾਣ, ਮਾਰਕੀਟ ਨੂੰ ਲਿਆਉਣਾ ਚਾਹੁੰਦਾ ਸੀ, ਅਡਾਨੀਆਂ ਨੂੰ ਲਿਆਉਣਾ ਚਾਹੁੰਦਾ ਸੀ, ਉਹਨਾਂ ਨੇ ਕਾਫੀ ਥੈਲੇ ਪਰ ਇਹਨਾਂ ਨੂੰ ਪੈਸੇ ਦਿਆ ਕਰਨੇ ਸੀ, ਪਰ ਇਹਨਾਂ ਨੂੰ ਪੈਸੇ ਚੰਗੇ ਨਹੀਂ ਲੱਗਦੇ, ਇਹਨਾਂ ਨੇ ਗੁਰਬਤ ਚ ਰਹਿਣਾ ਤੇ ਰਹੀ ਜਾਣ। ਇਹੋ ਜਿਹੀ ਗੱਲ ਜੇ ਕਹਿਣੀ ਦੇ ਨਾਲ ਕਹਿ ਦੇਣ, ਪਰ ਇੱਕ ਗੱਲ ਜ਼ਰੂਰ ਕਹਿ ਦੇਣ ਕਿ ਅਸੀਂ ਤਿੰਨੇ ਕਾਨੂੰਨ ਵਾਪਸ ਲਏ, ਅੱਗੇ ਤੋਂ ਜੋ ਕੰਮ ਕਰਾਂਗੇ ਕਿਸਾਨਾਂ ਨੂੰ ਪੁੱਛ ਕੇ ਕਰਾਂਗੇ, ਸਾਰਾ ਕੰਮ ਜਿਹੜਾ ਸ਼ਾਂਤ ਹੋ ਸਕਦਾ, ਸਾਰੇ ਜਿਹੜੇ ਨਗਾਰੇ ਵਜਾਉਂਦੇ ਭੰਗੜੇ ਪਾਉਂਦੇ ਵਾਪਸ ਆਪੋ ਆਪਣੇ ਸੂਬਿਆਂ ਨੂੰ ਪਿੰਡਾਂ ਨੂੰ ਚਲੇ ਜਾਣਗੇ। ਪਰ ਇਹਨਾਂ ਤੋਂ ਉਮੀਦ ਅਜੇ ਮੈਨੂੰ ਬਹੁਤੀ ਕੋਈ ਇਹੋ ਜਿਹੀ ਲੱਗਦੀ ਨਹੀਂ ਸੁਖਵਿੰਦਰ। ਬਿਲਕੁਲ ਪ੍ਰੋਫੈਸਰ ਸਾਹਿਬ, ਹੁਣ ਆਪਾਂ ਜੇ ਭਾਜਪਾ ਦੀ ਸਰਕਾਰ ਦੇ ਵੇਲੇ ਅਟਲ ਬਿਹਾਰੀ ਵਾਜਪੇਈ ਉਹਨਾਂ ਦੇ ਵੇਲੇ ਮੰਤਰੀ ਦੇ ਅਰੁਣ ਸ਼ੌਰੀ ਦੀ ਗੱਲ ਕਰੀਏ, ਉਹਨਾਂ ਦੀ ਇੰਟਰਵਿਊ ਕਾਫੀ ਵਾਇਰਲ ਹੋ ਰਹੀ ਹੈ, ਉਹਨਾਂ ਦਾ ਕੀ ਕਹਿਣਾ ਉਹਨਾਂ ਦੇ ਲਫ਼ਜ਼ਾਂ ਨੂੰ, ਕਿਉਂਕਿ ਸ਼ਾਇਦ ਬੀਜੇਪੀ ਇਹ ਸੁਣਨ ਲਈ ਤਿਆਰ ਨਾ ਹੋਵੇ, ਪਰ ਆਮ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਕਿਹੜੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਨੇ ਬੇਹੱਦ ਅਹਿਮੀਅਤ ਰੱਖਦੀਆਂ ਨੇ ਕਿਸਾਨ ਅੰਦੋਲਨ ਦੇ ਵਿੱਚ। ਦੇਖੋ, ਬੀਜੇਪੀ ਨੂੰ ਜਾਂ ਘੱਟੋ ਘੱਟ RSS ਨੂੰ ਪਤਾ ਤੇ ਹੋਊਗਾ, ਪਰ ਜਿਸ ਤਰੀਕੇ ਨਾਲ ਉਹਨਾਂ ਦੀ ਮਾਈਂਡ ਦੀ ਬਣਤਰ ਬਣਾਤੀ ਹੈ, ਉਹ ਸ਼ੁਰੂ ਤੋਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਅਸੀਂ ਘੱਟ ਗਿਣਤੀਆਂ ਦੇ ਵਿਰੋਧ ਹਾਂ, ਅਸੀਂ ਹਿੰਦੂ ਰਾਸ਼ਟਰ ਹੈਗੇ ਆ, ਸਾਨੂੰ ਅਜੇ ਤੱਕ ਸਾਡਾ ਰਾਜ ਨਹੀਂ ਮਿਲਿਆ, ਜੇ ਜਿੱਥੇ ਇੰਨੇ ਹਿੰਦੂ ਆ ਉੱਥੇ ਹੀ ਸਾਡਾ ਰਾਸ਼ਟਰ ਨਹੀਂ ਬਣਨਾ, ਫਿਰ ਹੋਰ ਕਿੱਥੇ ਬਣਨਾ, ਪਹਿਲਾਂ ਨੇਪਾਲ ਚ ਸੀ ਉਹ ਵੀ ਪਿਛਾਂਹ ਹਟ ਗਏ ਡੈਮੋਕ੍ਰੇਸੀ ਲੈਣ ਦੀ, ਇੰਦਰਾ ਗਾਂਧੀ ਨੇ ਬਹੁਤ ਮਾੜਾ ਕੰਮ ਕੀਤਾ, ਇਹ ਉਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਆ। ਜਿਹੜਾ ਮੈਂ ਕਹਿ ਰਿਹਾ, ਇੰਦਰਾ ਗਾਂਧੀ ਨੇ ਬਹੁਤ ਮਾੜਾ ਕੰਮ ਕੀਤਾ। 42ਵੀਂ ਸੋਧ ਜਦੋਂ ਹੋਈ ਸਨ 76 ਦੇ ਵਿੱਚ, ਉਹਦੇ ਚ ਸੰਵਿਧਾਨ ਦੇ ਪ੍ਰੀਐਂਬਲ ਚ 2 ਸ਼ਬਦ ਪਾਤੇ, ਇੱਕ ਸੈਕੂਲਰ ਪਾਤਾ, ਤੇ ਇਹ ਸੋਚਣ ਵਾਲੀਆਂ ਗੱਲਾਂ ਆ ਕਿ ਸੈਕੂਲਰ ਸ਼ਬਦ ਕਿਉਂ ਪਾਇਆ, ਧਰਮ ਨਿਰਪੇਖ ਸ਼ਬਦ ਕਿਉਂ ਪਾਇਆ, ਅਸੀਂ ਤੇ ਧਰਮ ਦੇ ਨਾਂ ਤੇ ਰਾਜਨੀਤੀ ਕਰਨੀ ਸੀ। ਦੂਸਰਾ ਸੋਸ਼ਲਿਸਟਿਕ ਕਿਉਂ ਪਾਇਆ ਸ਼ਬਦ, ਸੋਸ਼ਲਿਸਟ ਸ਼ਬਦ ਕਿਉਂ ਪਾਤਾ ਕਿ ਅਸੀਂ ਜਾਨੀ ਸੋਸ਼ਲ ਵੈਲਫੇਅਰ ਦੀ ਸਟੇਟ ਵੀ ਹੋਵਾਂਗੇ, ਸੋਸ਼ਲਿਜ਼ਮ ਤੇ ਨਹੀਂ ਲਿਆਉਣਾ, ਸੋਸ਼ਲ ਵੈਲਫੇਅਰ ਦੀ ਸਟੇਟ ਹੋਵਾਂਗੇ। ਹੁਣ ਇਹਨਾਂ ਗੱਲਾਂ ਤੋਂ ਜਿਨ੍ਹਾਂ ਲੋਕਾਂ ਨੂੰ ਗੁੱਸਾ, ਗਿਲਾ, ਨਿਰਾਸ਼ਤਾ ਹੋਵੇ, ਉਹਨਾਂ ਦਾ ਇਸ ਗੱਲ ਦੀ ਕਿੰਤੂ ਪਰੰਤੂ ਹੋਵੇ, ਉਹਨਾਂ ਤੋਂ ਤੁਸੀਂ ਕੀ ਉਮੀਦਾਂ ਲਾਓਗੇ? ਜਿਹੜੇ ਤੁਸੀਂ ਅਰੁਣ ਸ਼ੌਰੀ ਦੀ ਗੱਲ ਕੀਤੀ ਹੈ, ਉਹਨਾਂ ਦਾ ਬਿਲਕੁਲ ਇਹ ਸਮਝ ਹੈਗੀ ਹੈ, ਉਹਨਾਂ ਨੂੰ ਸਾਫ਼-ਸਾਫ਼ ਇਸ ਗੱਲ ਦਾ ਪਤਾ ਹੈ। ਉਹਨਾਂ ਨੇ ਸਿੱਖ ਸਮੁਦਾਇ ਬਾਰੇ ਗੱਲ ਕੀਤੀ ਹੈ ਕਿ ਸਿੱਖਾਂ ਦੇ ਮਨ ਵਿੱਚ 2 ਸਿੰਬਲ ਬਹੁਤ ਤਕੜੇ ਤੌਰ ਤੇ ਹੈ। ਆਈਡੀਓਲੋਜੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈਂਦੇ ਆ, ਜਿਹੜੀ ਗੁਰੂ ਨਾਨਕ ਦੇਵ ਜੀ, ਫਰੀਦ, ਕਬੀਰ, ਗੁਰੂ ਰਵਿਦਾਸ, ਇਹਨਾਂ ਸਾਰਿਆਂ ਤੋਂ ਲੈਂਦੇ ਆ, ਚੰਨਾ ਭਗਤ ਸਾਰਿਆਂ ਤੋਂ ਲੈਂਦੇ ਆ, ਉਹਦੇ ਚ ਸੂਫੀ ਵੀ ਹੈਗੇ। ਤਾਂ ਜਿੱਥੋਂ ਤੱਕ ਉਹਨਾਂ ਦੀ ਫਿਰ ਰਾਜਨੀਤੀ ਦੇ ਇਮੇਜ ਬਣਦੇ ਆ, ਇੱਕ ਗੁਰੂ ਗੋਬਿੰਦ ਸਿੰਘ ਤੋਂ ਇਨਸਪੀਰੇਸ਼ਨ ਲੈਂਦੇ ਆ, ਉਹਨਾਂ ਕਿਸਮ ਦੀ ਲੜਾਈ ਜਿਹੜੀ ਉਹ ਕਿਵੇਂ ਲੜੇ, ਕਿਵੇਂ ਬਹਾਦਰੀ ਦੇ ਨਾਲ ਸਾਰਾ ਸਰਬੰਸ ਵਾਰ ਕੇ ਵੀ ਹਾਰ ਨਹੀਂ ਮੰਨੀ, ਈਨ ਨਹੀਂ ਮੰਨੀ, ਧਰਮ ਦੇ ਨਾਲ ਖੜੇ ਰਹੇ। ਧਰਮ ਦਾ ਮਤਲਬ ਮੋਰਲ ਵੈਲਿਊਜ਼ ਦੇ ਨਾਲ ਖੜੇ ਰਹੇ, ਇਹ ਬਹੁਤ ਵੱਡੀ ਗੱਲ ਹੈਗੀ। ਇਸੇ ਤਰੀਕੇ ਨਾਲ ਉਹਨਾਂ ਦੀ ਦੂਸਰੀ ਇੰਸਪੀਰੇਸ਼ਨ ਹੁੰਦੀ ਹੈ ਵੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਬਹੁਤ ਵੱਡੇ ਪੰਜਾਬ 'ਚ ਰਾਜ ਕੀਤਾ, ਤੇ ਉਹ ਜਿਹੜੀ ਬਾਰ-ਬਾਰ ਉਹਨਾਂ ਦੇ ਅੰਦਰ ਇਹ ਜਿਹੜੀ ਫਵਾਰੇ ਵਾਂਗੂ ਚੀਜ਼ ਫੁੱਟਦੀ ਆ। ਅਰੁਣ ਸ਼ੌਰੀ ਨੇ ਉਹਦੇ ਵੱਲ ਦਿੱਤਾ ਕਿ ਜੇ ਤੁਸੀਂ ਜ਼ਿਆਦਾ ਕਿਸੇ ਨੂੰ ਹਤਾਸ਼ ਕਰੋਗੇ, ਨਿਰਾਸ਼ ਕਰੋਗੇ, ਉਹਨਾਂ ਨੂੰ ਖੱਜਲ ਖਵਾਰ ਕਰੋਗੇ, ਤੇ ਉਹਨਾਂ ਦੇ ਮਨ ਵਿੱਚ ਫਿਰ ਕੀ ਉਹੀ ਇਮੇਜ ਆਉਣਗੇ ਜੋ ਉਹ ਹਮੇਸ਼ਾ ਉਹਨਾਂ ਦੇ ਮਨ 'ਚ ਇੱਕ ਉਮੀਦ ਬਣੀ ਰਹਿੰਦੀ ਹੈ, ਇੱਕ ਸੁਪਨਾ ਬਣਿਆ ਰਹਿੰਦਾ। ਤੇ ਤੁਸੀਂ ਇਹੋ ਜਿਹਾ ਮਾਹੌਲ ਨਾ ਪੈਦਾ ਕਰੋ ਕਿ ਲੋਕ ਇਸ ਦੇ ਨਾਲੋਂ ਇੱਕ ਅਲੱਗ ਰਾਜਨੀਤਿਕ ਮਾਹੌਲ ਬਾਰੇ ਆਪਣਾ ਨਕਸ਼ਾ ਮਨ ਦੇ ਵਿੱਚ ਚਿੱਤਰਨ ਲੱਗ ਜਾਣ। ਇਹ ਮੇਰਾ ਖਿਆਲ ਹੈ, ਮੈਨੂੰ ਕਾਫੀ ਉਹਦੇ 'ਚ ਦਮਖਮ ਲੱਗਦਾ। ਪਰ ਇਹਦੇ ਨਾਲ ਇਹਦੇ ਉਲਟ ਵੀ ਸਿੱਖ ਜਿਹੜੇ ਆ ਉਹ ਇੱਕ ਉਸ ਕਿਸਮ ਦੇ ਥਿਓਕ੍ਰੈਟਿਕ ਸਟੇਜ ਦਾ ਕਦੀ ਸੁਪਨਾ ਨਹੀਂ ਲੈਂਦੇ ਸੀ, ਜਿਸ ਤਰ੍ਹਾਂ ਤੁਸੀਂ ਫਾਰ ਇੰਸਟੈਂਸ ਕਹਿ ਲਓ ਖਾਲਿਸਤਾਨ ਦਾ। ਉਹ ਕਿਉਂ? ਉਹਦਾ ਕਾਰਨ ਇਹ ਹੈਗਾ ਕਿ ਸਿੱਖ ਬਾਈ ਡੈਫੀਨੇਸ਼ਨ ਹੀ ਜੇ ਸੁਖਵਿੰਦਰ ਦੇਖਿਆ ਜਾਏ ਤਾਂ ਉਹ ਸਾਰੇ ਸਮੁੱਚੇ ਧਰਮਾਂ ਦਾ ਸਮੇਲਨ ਤੋਂ ਇੱਕ ਸਿੱਖ ਬਣਦਾ। ਇਸੇ ਕਰਕੇ ਉਹਦੇ ਚ ਹਿੰਦੂ ਵੀ ਜਾ ਕੇ ਲੰਗਰ ਛਕਦੇ ਆ, ਉੱਥੇ ਮੰਦਿਰਾਂ ਚ ਨਹੀਂ ਇੰਝ ਹੁੰਦਾ ਹੈ। ਮੰਦਿਰਾਂ ਦੇ ਵਿੱਚ ਤੁਸੀਂ ਬ੍ਰਾਹਮਣ ਜਿਹੜਾ ਪੁਜਾਰੀ ਹਮੇਸ਼ਾ ਬ੍ਰਾਹਮਣ ਕਾਸਟ ਦਾ ਹੋਊਗਾ, ਪਰ
ਸਾਡੇ ਇਹੋ ਜਿਹੇ ਕੋਈ ਮਨਾਹੀ ਨਹੀਂ ਹੈ। ਸਾਡੇ ਦਲਿਤ ਭਾਈਚਾਰਾ ਬਹੁਤ ਸਾਰੇ ਗ੍ਰੰਥੀ ਹੈਗੇ ਆ, ਦਲਿਤ ਭਾਈਚਾਰੇ ਚੋਂ ਸਾਡੇ SGPC ਦੇ ਵਿੱਚ ਵੀ ਅਕਾਲ ਤਖਤ ਦੇ ਜਥੇਦਾਰ ਤੱਕ ਬਣ ਸਕਦੇ ਆ, ਕੋਈ ਕਿਸੇ ਦੀ ਕੋਈ ਮਨਾਹੀ ਨਹੀਂ ਹੈਗੀ, ਹੈ ਨਾ। ਇਹ ਧਰਮ ਜਿਹੜਾ ਇਹ ਜਾਤੀ ਤੋਂ ਉੱਪਰ ਉੱਠਿਆ ਤੇ ਦੂਜੇ ਧਰਮਾਂ ਨੂੰ ਆਪਣੇ ਕਲਾਵੇ 'ਚ, ਆਪਣੇ ਗਲੇ ਦੇ ਨਾਲ ਜੋੜ ਕੇ ਚੱਲਦਾ। ਇਸ ਕਰਕੇ ਜੇ ਇਹ ਕੋਈ ਕਿਸੇ ਕਿਸਮ ਦੀ ਇਹਨਾਂ ਦੇ ਮਨ ਦੇ ਵਿੱਚ ਕੋਈ ਨਵੇਂ ਸੁਪਨੇ ਬਾਰੇ ਅਸਲ ਮਾਨਿਆਂ 'ਚ ਕੋਈ ਨਕਸ਼ਾ ਬਣਦਾ ਹੈਗਾ ਤਾਂ ਉਹ ਨਕਸ਼ਾ ਇਹ ਸਹੀ ਮਾਨਿਆਂ 'ਚ ਸੈਕੂਲਰ ਤੇ ਸਹੀ ਮਾਨਿਆਂ ਦੇ ਵਿੱਚ ਮਾਨਵਵਾਦੀ ਤੇ ਸਹੀ ਮਾਨਿਆਂ ਦੇ ਵਿੱਚ ਤੁਸੀਂ ਉਸ ਨੂੰ ਸੋਸ਼ਲਿਸਟਿਕ ਵੀ ਕਹਿ ਸਕਦੇ। ਇਸ ਲਈ ਇਹਨਾਂ ਦਾ ਜੋ ਸੰਵਿਧਾਨ ਦੇ ਪ੍ਰੀਐਂਬਲ 'ਚ ਲਿਖਿਆ ਉਸ ਕਿਸਮ ਦਾ ਉਹਨਾਂ ਤੋਂ ਕੋਈ ਬਾਗੀ ਸੁਰਾਂ ਨਹੀਂ ਹੈਗੀਆਂ, ਸਗੋਂ ਉਹ ਲਾਗੂ ਕਿਉਂ ਨਹੀਂ ਹੁੰਦਾ, ਉਹਨੂੰ ਲਾਗੂ ਕਰਨ ਲਈ ਤੇ ਸੁਪਨੇ ਲੈ ਸਕਦੇ ਆ। ਤੇ ਮੇਰਾ ਖਿਆਲ ਅਰੁਣ ਸ਼ੌਰੀ ਦਾ ਇਸ ਕਰਕੇ ਇਹ ਜਿਹੜਾ ਇਹ ਸੋਚਣਾ ਉਹ ਹੋਰ ਵੀ ਵਾਜਬ ਤੇ ਐਪਰੋਪ੍ਰੀਏਟ ਬਣਦਾ ਆ, ਕਿਉਂਕਿ ਇਹ ਇੱਕ ਬਹੁਤ ਹੀ ਜਾਤਾਂ ਧਰਮਾਂ ਦੀਆਂ ਊਚ ਨੀਚ ਵਖਰੇਵਿਆਂ ਨਫ਼ਰਤ ਤੋਂ ਉੱਪਰ ਉੱਠ ਕੇ ਮਾਨਵਵਾਦੀ ਫਲਸਫੇ ਨੂੰ ਰਾਜਨੀਤਿਕ ਸੁਪਨੇ ਦੇ ਵਿੱਚ ਬਦਲਣ ਦੀ ਇੱਕ ਚੇਸ਼ਟਾ ਰਹਿੰਦੀ ਹੈ। ਹਾਂਜੀ ਬਿਲਕੁਲ। ਨਾਲੇ ਇਹ ਵੀ ਕਿਹਾ ਜਾ ਰਿਹਾ, ਕਹਿੰਦੇ ਇਹ ਨਾ ਸਮਝੋ ਕਿ ਜੇ ਅੰਦੋਲਨ ਦੇ ਵਿੱਚ ਕੋਈ ਸਰਕਾਰਾਂ ਨਹੀਂ ਕਿ ਤੁਸੀਂ ਤੋੜ ਲਓ, ਤੇ ਨਾ ਹੀ ਕੋਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਖਰੀਦ ਸਕਦੇ ਹੋ, ਤਾਂ ਉਹੀ ਨੇ ਅੰਨਦਾਤੇ ਨੇ, ਇਹ ਸਿਰਫ ਆਪਣੀ ਖੇਤੀ ਕਾਨੂੰਨਾਂ ਨੂੰ ਲੈ ਕੇ ਉਸ ਮਸਲੇ ਤੇ ਆਏ ਨੇ। ਅਖੀਰ ਦੇ ਵਿੱਚ ਹੁਣ ਮੈਨੂੰ ਇਹ ਦੱਸੋ ਕਿ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਯੋਗੇਂਦਰ ਯਾਦਵ ਹੋਰਾਂ ਨੂੰ ਲੈ ਕੇ ਕਾਫੀ ਜਿਹੜੀਆਂ ਬਿਆਨਬਾਜ਼ੀਆਂ ਤਲਖੀਆਂ ਸਾਹਮਣੇ ਆਉਂਦੀਆਂ ਰਹੀਆਂ ਨੇ, ਉਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਅੱਜ ਵੀ ਇੱਕ ਅਹਿਮ ਦਿਨ ਹੈ, ਯੋਗੇਂਦਰ ਯਾਦਵ ਦੇ ਰੋਲ ਨੂੰ ਲੈ ਕੇ ਵੀ ਬੜੇ ਸਵਾਲ ਉੱਠਦੇ ਰਹੇ ਨੇ। ਹੁਣ ਰਵਨੀਤ ਬਿੱਟੂ ਨੇ ਵੀ ਸਵਾਲ ਚੁੱਕ ਦਿੱਤਾ ਕਿ ਇੱਕ ਸਿਆਸੀ ਪਾਰਟੀ ਦਾ ਲੀਡਰ ਸਵਰਾਜ ਇੰਡੀਆ ਤੋਂ ਉੱਠ ਕੇ ਇੱਥੇ ਆ ਕੇ ਕਿਉਂ ਕਿਸਾਨਾਂ ਦੇ ਵਿੱਚ ਹੈ, ਤੇ ਇਹੋ ਜਿਹੀ ਕਿਹੜੀ ਲੋੜ ਹੈ ਕਿ ਕਿਸਾਨ ਇਸ ਮਸਲੇ ਦੇ ਉੱਤੇ ਚੁੱਪ ਬੈਠੇ ਨੇ? ਦੇਖੋ ਉਹ ਇੱਕ ਦੋਹਰੀ ਗੱਲ ਹੈਗੀ ਹੈ, ਇੰਨੀ ਈਜ਼ੀ ਇਹਦਾ ਜਵਾਬ ਨਹੀਂ ਹੈਗਾ। ਟੈਕਨੀਕਲੀ ਬਿੱਟੂ ਜੀ ਠੀਕ ਹੈ ਕਿ ਜੇ ਸਵਰਾਜ ਇੰਡੀਆ ਦਾ ਪ੍ਰਧਾਨ ਕਿਸਾਨਾਂ ਦਾ ਲੀਡਰ ਹੋ ਸਕਦਾ ਆ ਤੇ ਫਿਰ ਅਸੀਂ ਕਿਉਂ ਨਹੀਂ? ਅਸੀਂ ਵੀ ਤੇ ਉਹ ਜਿਹੜੀ ਕਿਸਾਨ ਸੰਸਦ ਜਨ ਸੰਸਦ ਉੱਥੇ ਬੁਲਾਈ ਸੀਗੀ ਉਹਦੇ ਵਿੱਚ ਹਿੱਸਾ ਲੈਣ ਗਏ ਸੀ। ਉਹਨਾਂ ਦਾ ਇਹ ਵੀ ਕਹਿਣਾ ਆ ਕਿ ਸਾਨੂੰ ਉੱਥੇ ਬੁਲਾਇਆ ਗਿਆ ਸੀ, ਅਸੀਂ ਤਾਂ ਗਏ ਸੀ। ਉੱਥੇ ਪ੍ਰਸ਼ਾਂਤ ਭੂਸ਼ਣ, ਮੇਧਾ ਪਾਟਕਰ, ਹੋਰ ਸੋਸ਼ਲ ਐਕਟਿਵਿਸਟ, ਮੈਂ ਥੋੜੀ ਜਿਹੀ ਫੋਟੋ ਦੇਖੀ ਕੁਛ, ਉੱਥੋਂ ਮੈਂ ਅੰਦਾਜ਼ਾ ਲਾ ਸਕਦਾ ਕਿ ਹੋਰ ਕੌਣ ਕਿਸ ਕਿਸਮ ਦੇ ਲੋਕ ਉੱਥੇ ਗਏ ਹੋਣਗੇ। ਇਸ ਕਰਕੇ ਇਸ ਗੱਲੋਂ ਤੇ ਉਹਨਾਂ ਦਾ ਇੱਕ ਟੈਕਨੀਕਲ ਤੌਰ ਤੇ ਠੀਕ ਬਣਦਾ, ਪਰ ਦੂਜੇ ਪੱਧਰ ਤੇ ਮੈਨੂੰ ਲੱਗਦਾ ਕਿ ਜਿੰਨੀਆਂ ਵੀ ਇਹੋ ਜਿਹੀਆਂ ਮੂਵਮੈਂਟਾਂ ਕਿਸਾਨਾਂ ਦੀਆਂ, ਸੋਸ਼ਲ ਐਕਟਿਵਿਸਟਾਂ ਦੀਆਂ, ਹੋਰ NGO ਦੀਆਂ ਚੱਲਦੀਆਂ ਰਹਿੰਦੀਆਂ ਤੇ ਜੋਗਿੰਦਰ ਯਾਦਵ ਜੀ ਉਹਨਾਂ ਦੇ ਵਿੱਚ ਚੰਗੀ ਇੱਕ ਕਾਰਗਰ ਭੂਮਿਕਾ ਨਿਭਾਉਂਦੇ ਰਹਿੰਦੇ ਆ, ਉਹ ਜਾਂਦੇ ਰਹਿੰਦੇ ਆ। ਉਹ ਕਿਸਾਨਾਂ ਦੇ ਕਾਫੀ ਉਹਨਾਂ ਨੇ ਸਾਊਥ ਵਿੱਚ ਪਿੱਛੇ ਜੇ 2-3 ਸਾਲ ਪਹਿਲਾਂ ਇੱਕ ਲੰਬੀ ਵਿਜ਼ਿਟ ਵੀ ਕੀਤੀ ਸੀ, ਉੱਥੇ ਮਾਰਚ ਕੱਢਿਆ ਸੀਗਾ। ਇਸ ਕਿਸਮ ਦਾ ਉਹਨਾਂ ਦੇ ਨਾਲ ਉਹ ਕਿਸੇ ਨਾ ਕਿਸੇ ਤਾਲਮੇਲ ਬਣਾ ਕੇ ਰੱਖਦੇ ਆ। ਹੁਣ ਇਹੀ ਸਵਾਲ BJP ਵੀ ਲਗਾਤਾਰ ਕਹਿੰਦੀ ਹੈ ਕਿ ਤੁਸੀਂ ਉਹਨਾਂ ਨੂੰ ਕਿਉਂ ਵਿੱਚ ਬਿਠਾਉਂਦੇ ਆ, ਉਹ ਤੇ ਕਿਸਾਨ ਨਹੀਂ ਹੈਗੇ, ਕਿਹੜੀ ਕਿਸਾਨ ਜਥੇਬੰਦੀ ਉਹਨਾਂ ਦੀ ਹੈਗੀ ਆ। ਇਹ ਗੱਲਾਂ ਇੱਕ ਪੱਧਰ ਤੇ ਠੀਕ ਵੀ ਹੈ ਤੇ ਗਲਤ ਵੀ ਹੈ। ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਕਿਸਾਨਾਂ ਨੇ ਫਾਈਨਲੀ ਫੈਸਲਾ ਕਰਨਾ ਕਿ ਜੋਗਿੰਦਰ ਯਾਦਵ ਉਹਨਾਂ ਲਈ ਲਾਹੇਵੰਦ ਆ ਕਿ ਉਹਨਾਂ ਲਈ ਨੁਕਸਾਨਦੇਹ ਹੈਗਾ। ਇਸ ਮੂਵਮੈਂਟ ਦੇ ਵਿੱਚ ਉਹ ਇੱਕ ਉਹਨਾਂ ਲਈ ਸਹਾਈ ਹੈ, ਉਹਨਾਂ ਦੀਆਂ ਸੋਚ, ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਜਾਂ ਉਹ ਜੋ ਸਲਾਹ ਮਸ਼ਵਰਾ ਦਿੰਦੇ ਹੋਣਗੇ ਉਹ ਉਹਨਾਂ ਨੂੰ ਫਾਇਦੇਮੰਦ ਆ ਕਿ ਨੁਕਸਾਨਦੇਹ, ਤੇ ਕਿਸਾਨਾਂ ਦੀ ਲੀਡਰਸ਼ਿਪ ਨੇ ਫੈਸਲਾ ਕਰਨਾ। ਬਿੱਟੂ ਜੀ ਦੇ ਕਹਿਣ ਤੇ ਜਾਂ ਹੋਰ ਕਿਸੇ ਦੇ ਵੀ ਕਹਿਣ ਤੇ ਨਾ ਇਹਦੇ ਬਾਰੇ ਕੁਛ ਕਿਸੇ ਨੂੰ ਬਹੁਤਾ ਅਸਰ ਹੋਣਾ ਤੇ ਨਾ ਕੋਈ ਉਹ ਸਲਾਹਾਂ ਦੀ ਬਹੁਤੀ ਲੋੜ ਹੈ। ਹਾਂ, ਇੱਕ ਗੱਲ ਜ਼ਰੂਰ ਹੋਈ ਸੀ ਕਿ BJP ਦੀ ਸਰਕਾਰ ਨੇ ਕਿਸਾਨਾਂ ਦੀਆਂ ਮੀਟਿੰਗਾਂ ਜਦੋਂ ਸਾਰਾ ਮਿਨਿਸਟਰਾਂ ਸਾਹਿਬਾਨਾਂ ਦੇ ਨਾਲ ਹੁੰਦੀਆਂ ਤਾਂ ਉਹਨਾਂ ਨੇ ਉੱਥੇ ਉਹਨਾਂ ਨੂੰ ਨਹੀਂ ਆਉਣ ਦਿੱਤਾ, ਜਿਹੜਾ ਕਿ ਬੜਾ ਖੁਸ਼ੀ ਜੋਗਿੰਦਰ ਯਾਦਵ ਨੇ ਆਪਣੇ ਆਪ ਨੂੰ ਉਹਦੇ ਨਾਲ ਸ਼ਾਮਲ ਕਰ ਲਿਆ ਸੀ, ਮੰਨ ਲਿਆ ਸੀਗਾ। ਪਰ ਕੱਲ ਦਾ ਵੀ ਮੈਨੂੰ ਸੁਖਵਿੰਦਰ, ਜੇ ਉਹ ਸੰਸਦ ਨਾ ਬਹੁਤੀ ਉਧਰ ਨੂੰ ਕੀਤੀ ਜਾਂਦੀ, ਕਿਉਂਕਿ ਲੋਕਾਂ ਦਾ ਜੋਸ਼ ਤਿੰਨਾਂ ਮੰਗਾਂ ਦੇ ਉੱਤੇ ਤੇ 26 ਜਿਹੜਾ ਜਨਵਰੀ ਦਾ ਅੱਜ ਵਾਲਾ ਜਿਹੜੇ ਦਿਹਾੜੇ ਦੇ ਉੱਤੇ ਜ਼ਿਆਦਾ ਸੀਗਾ, ਤੇ ਜੇ ਉਹ ਨਾ ਕੀਤਾ ਜਾਂਦਾ ਤਾਂ ਮੇਰਾ ਖਿਆਲ ਇਹ ਸਾਰਾ ਸਿਆਪਾ ਨਵਾਂ ਖੜਾ ਹੋਣਾ ਹੀ ਨਹੀਂ ਸੀ। ਚਲੋ ਹੁਣ ਉਹ ਤੇ ਯਾਦਵ ਹੁਣਾਂ ਨੂੰ ਵੀ ਪਤਾ ਹੀ ਆ ਜਿਸ ਤਰੀਕੇ ਨਾਲ ਉਹ ਆਪਣੇ ਪੂਰੇ ਤੇ ਤੌਰ ਤਰੀਕੇ ਨਾਲ ਚੱਲਦੇ ਆ, ਆਪਣੀ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਨਕਸ਼ਾ, ਰਾਜਨੀਤੀ ਦਾ ਨਕਸ਼ਾ ਹੁੰਦਾ ਆ, ਉਹ ਉਸ ਤਰੀਕੇ ਨਾਲ ਆਪਣੇ ਕਦਮ ਅੱਗੇ ਵਧਾਉਂਦੇ ਰਹਿੰਦੇ ਆ। ਪਰ ਮੈਨੂੰ ਲੱਗਦਾ ਹੈ ਕਿ ਆਖਰੀ ਫੈਸਲਾ ਇਹਦੇ ਬਾਰੇ ਇਹ ਬਿਲਕੁਲ ਕਿਸਾਨ ਜਥੇਬੰਦੀਆਂ ਹੀ ਲੈ ਸਕਦੀਆਂ। ਉਹੋ ਹੀ
ਸਾਰਾ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ, ਕਿੰਨਾ ਨਹੀਂ ਹੁੰਦਾ, ਇਹ ਉਹਨਾਂ ਨੇ ਫੈਸਲਾ ਕਰਨਾ। ਹਾਂਜੀ, ਬਿਲਕੁਲ ਜੀ। ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਅੱਜ ਦਾ ਦਿਨ ਬੇहद ਇਤਿਹਾਸਕ, ਜਿਵੇਂ ਮੈਂ ਕਿਹਾ ਕਿ ਟਰੈਕਟਰਾਂ ਦੀ ਪਰੇਡ ਕਿਸਾਨਾਂ ਦੇ ਵੱਲੋਂ ਕੱਢੀ ਜਾਣੀ ਹੈ। ਇਸ ਸਭ ਦੇ ਵਿਚਾਲੇ ਪ੍ਰਧਾਨ ਮੰਤਰੀ ਸਾਹਿਬ ਵੀ ਜਿਵੇਂ ਲਾਲ ਕਿਲ੍ਹੇ ਤੋਂ ਜਦੋਂ ਵੀ ਸੰਬੋਧਨ ਕਰਨਗੇ ਤਾਂ ਉਹ ਵੀ ਬੇहद ਇਤਿਹਾਸਕ ਦਿਨ ਇਸ ਕਰਕੇ ਕਿ ਕੀ ਪਤਾ ਲੱਗਦਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਕੋਈ ਨਵਾਂ ਐਲਾਨ ਕਰ ਦੇਵੇ। ਉਮੀਦਾਂ ਦੇ ਉੱਤੇ ਸਾਰੇ ਟਿਕੇ ਹੋਏ ਨੇ, ਪਰ ਜਿਸ ਤਰੀਕੇ ਦੇ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਗੇ ਵੱਧਦਾ ਜਾ ਰਿਹਾ ਹੈ, ਲੱਗਦਾ ਤਾਂ ਇਹੀ ਹੈ ਕਿ ਹਾਲੇ ਸਰਕਾਰ ਇਸ ਮਸਲੇ ਦਾ ਹੱਲ ਕੱਢਣ ਦੇ ਵਿੱਚ ਫਿਲਹਾਲ ਕੋਈ ਨਵਾਂ ਰਾਹ ਲੱਭਣ ਦੀ ਸੋਚ ਰਹੀ ਹੈ। ਅਗਲੇ ਸਮੇਂ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ, ਉਸ ਦੇ ਬਾਰੇ ਵੀ ਤੁਹਾਨੂੰ ਅਪਡੇਟ ਕਰਦੇ ਰਵਾਂਗੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰੋ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।